ਪਿਆਰੇ ਵਿਦਿਆਰਥੀਓ, ਪੰਜਾਬੀ ਦੀ ਕਲਾਸ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਭ ਦਾ ਨਿੱਘਾ ਸਵਾਗਤ ਹੈ। ਅੱਜ ਆਪਾਂ 6ਵੀਂ ਜਮਾਤ ਪੰਜਾਬੀ ਦੂਜੀ ਭਾਸ਼ਾ ਦਾ ਤੀਜਾ ਪਾਠ ਸਮਾਜ ਸੇਵਕ ਕਰਨ ਜਾ ਰਹੇ ਹਾਂ, ਜੋ ਕਿ ਇੱਕ ਲੇਖ ਹੈ ਜਿਸ ਨੂੰ ਸਰਦਾਰ ਤ੍ਰਿਲੋਚਨ ਸਿੰਘ ਤਰਸੀਹਰਾ ਨੇ ਲਿਖਿਆ ਹੈ। ਤੇ ਆਓ ਫਿਰ ਬਿਨਾਂ ਸਮਾਂ ਗਵਾਇਆ ਆਪਾਂ ਇਸ ਪਾਠ ਵੱਲ ਨੂੰ ਚੱਲਦੇ ਹਾਂ। ਲੇਖਕ ਲਿਖਦੇ ਹਨ, ਕਈ ਮੇਲਿਆਂ ਵਿੱਚ ਨੀਲੀ ਵਰਦੀ ਵਾਲੇ ਕੁਝ ਮੁੰਡੇ ਸੇਵਾ ਕਰਦੇ ਨਜ਼ਰ ਆਉਂਦੇ ਹਨ। ਅਨੰਦਪੁਰ ਸਾਹਿਬ ਦਾ ਹੋਲਾ ਹੋਵੇ, ਭਾਵੇਂ ਮੁਕਤਸਰ ਸਾਹਿਬ ਦਾ ਮਾਘੀ ਦਾ ਮੇਲਾ ਤੇ ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਜਾਂ ਕੁੰਭ ਦਾ ਮੇਲਾ, ਇਹ ਮੁੰਡੇ ਯਾਤਰੀਆਂ ਦੀ ਸਹਾਇਤਾ ਕਰਨ ਲਈ ਹਰ ਥਾਂ ਤਿਆਰ ਮਿਲਣਗੇ। ਇਸਤਰੀਆਂ ਦੀ ਸਹਾਇਤਾ ਲਈ ਕੁਝ ਕੁੜੀਆਂ ਵੀ ਖਲੋਤੀਆਂ ਮਿਲਦੀਆਂ ਹਨ। ਮਾਤਾ ਜੀ, ਬੀਬੀਆਂ ਦੇ ਲਈ ਇਸ਼ਨਾਨ ਘਰ ਇੱਧਰ ਹੈ, ਕੋਈ ਕੁੜੀ ਕਹੇਗੀ। ਬਾਬਾ ਜੀ, ਪ੍ਰਸ਼ਾਦ ਲਈ ਪਰਚੀ ਉੱਥੋਂ ਕਟਵਾਓ, ਕੋਈ ਹੋਰ ਮੁੰਡਾ ਦੱਸ ਰਿਹਾ ਨਜ਼ਰ ਆਵੇਗਾ। ਕਾਕਾ, ਕੀ ਗੱਲ, ਕਿਉਂ ਰੋ ਰਿਹਾ ਏਂ? ਕਿਸੇ ਰੋਂਦੇ ਬੱਚੇ ਨੂੰ ਆਪਣੇ ਮਾਤਾ ਪਿਤਾ ਨਾਲੋਂ ਵੱਖ ਹੋਇਆ ਵੇਖ ਕੇ ਕੋਈ ਮੁੰਡਾ ਉਸ ਕੋਲੋਂ ਪਿਆਰ ਨਾਲ ਪੁੱਛੇਗਾ ਅਤੇ ਫਿਰ ਉਹਨੂੰ ਉਸ ਤੰਬੂ ਵਿੱਚ ਲੈ ਜਾਵੇਗਾ ਜਿੱਥੋਂ ਗੁਆਚੇ ਬੱਚਿਆਂ ਬਾਰੇ ਲਾਊਡ ਸਪੀਕਰ ਰਾਹੀਂ ਦੱਸਿਆ ਜਾਂਦਾ ਹੈ। ਕਿਸੇ ਮੁਸਾਫਰ ਨੂੰ ਸੱਟ ਲੱਗ ਜਾਵੇ ਤਾਂ ਇਹਨਾਂ ਮੁੰਡਿਆਂ ਜਾਂ ਕੁੜੀਆਂ ਵਿੱਚੋਂ ਕੋਈ ਇੱਕ ਉਸ ਮੁਸਾਫਰ ਨੂੰ ਮੁੱਢਲੀ ਸਹਾਇਤਾ ਵਾਲੇ ਤੰਬੂ ਤੱਕ ਲੈ ਜਾਵੇਗਾ। ਮੁੱਢਲੀ ਸਹਾਇਤਾ ਕੀ ਹੁੰਦੀ ਹੈ ਬੱਚੇ? ਫਸਟ ਏਡ। ਇਹ ਸਕੂਲਾਂ ਦੇ ਬੱਚੇ ਥਾਂ ਥਾਂ ਤੇ ਦੂਜਿਆਂ ਦੀ ਸਹਾਇਤਾ ਕਰਨ ਲਈ ਤਿਆਰ ਮਿਲਣਗੇ। ਕਿਸੇ ਭੁੱਲੇ ਭਟਕੇ ਨੂੰ ਰਾਹ ਵਿਖਾਉਣਾ ਹੋਵੇ, ਕਿਸੇ ਦਾ ਕੋਈ ਸੰਬੰਧੀ ਗੁਆਚ ਗਿਆ ਹੋਵੇ, ਕਿਧਰੇ ਨਿੱਕੀ ਮੋਟੀ ਦੁਰਘਟਨਾ ਹੋ ਗਈ ਹੋਵੇ ਜਾਂ ਕਿਸੇ ਹੋਰ ਕਾਰਨ ਮੇਲਿਆਂ ਵਰਗੇ ਇਕੱਠਾਂ ਵਿੱਚ ਡਾਕਟਰੀ ਸਹਾਇਤਾ ਦੀ ਲੋੜ ਪੈ ਜਾਏ, ਇਹ ਬੱਚੇ ਲੋੜਵੰਦਾਂ ਦੀ ਸਹਾਇਤਾ ਲਈ ਤਿਆਰ ਮਿਲਣਗੇ। ਸੇਵਾ ਕਰਦਿਆਂ ਨਾ ਇਹ ਲੋੜਵੰਦਾਂ ਦੇ ਧਰਮ ਦਾ ਵਿਚਾਰ ਕਰਦੇ ਹਨ, ਨਾ ਜਾਤ ਦਾ, ਅਤੇ ਨਾ ਹੀ ਕੋਈ ਹੋਰ ਭੇਦਭਾਵ ਕਰਦੇ ਹਨ। ਇਹਨਾਂ ਲਈ ਸਾਰੇ ਮਨੁੱਖ ਭੈਣ ਭਰਾ ਹਨ। ਸਾਰਿਆਂ ਦੀ ਸਹਾਇਤਾ ਕਰਨਾ ਇਹਨਾਂ ਦਾ ਧਰਮ ਹੈ। ਲੋੜਵੰਦਾਂ ਦੀ ਸੇਵਾ ਕਰਨੀ ਇਹ ਆਪਣਾ ਫਰਜ਼ ਸਮਝਦੇ ਹਨ। ਇਹ ਬੱਚੇ ਦੇਸ਼ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਨ ਵਾਲੇ ਹੁੰਦੇ ਹਨ। ਆਪਣੀ ਪੜ੍ਹਾਈ ਵੀ ਕਰਦੇ ਹਨ ਤੇ ਵਿਹਲੇ ਸਮੇਂ ਸਾਰਿਆਂ ਦੀ ਸਹਾਇਤਾ ਵੀ ਕਰਦੇ ਹਨ। ਗੱਲਾਂ ਕਰਦਿਆਂ ਇਹ ਬੜੇ ਪਿਆਰ ਨਾਲ ਬੋਲਦੇ ਹਨ। ਇਹ ਤਾਂ ਆਪਣੇ ਕੰਮ ਦੇ ਬਦਲੇ ਵਿੱਚ ਸ਼ਾਬਾਸ਼ ਦੀ ਵੀ ਆਸ ਨਹੀਂ ਕਰਦੇ। ਇਹਨਾਂ ਬੱਚਿਆਂ ਨੇ ਆਪਣੇ ਦੇਸ਼ ਪ੍ਰਤੀ ਆਪਣਾ ਫਰਜ਼ ਪੂਰਾ ਕਰਨ ਦਾ ਵਚਨ ਦਿੱਤਾ ਹੁੰਦਾ ਹੈ। ਇਹ ਸਾਰੇ ਸਮਾਜ ਸੇਵਕ ਹੁੰਦੇ ਹਨ। ਮੁੰਡਿਆਂ ਨੂੰ ਸਕਾਊਟ ਕਿਹਾ ਜਾਂਦਾ ਹੈ ਤੇ ਕੁੜੀਆਂ ਨੂੰ ਗਾਈਡ। ਛੋਟੀ ਛੋਟੀ ਉਮਰ ਦੇ ਅਜਿਹੇ ਸਮਾਜ ਸੇਵੀ ਬੱਚਿਆਂ ਨੂੰ ਕੱਬ ਤੇ ਬੁਲਬੁਲਾਂ ਕਿਹਾ ਜਾਂਦਾ ਹੈ। ਸਕਾਊਟ, ਗਾਈਡ ਅਤੇ ਇਸ ਸੰਸਥਾ ਨਾਲ ਸੰਬੰਧ ਰੱਖਣ ਵਾਲੇ ਹੋਰ ਸਾਰੇ ਮੁੰਡੇ ਅਤੇ ਕੁੜੀਆਂ ਅਸਲ ਵਿੱਚ ਚੰਗਾ ਜੀਵਨ ਜਿਉਣਾ ਹੀ ਸਿੱਖ ਰਹੇ ਹੁੰਦੇ ਹਨ। ਇਸ ਕਰਕੇ ਇਹ ਹਰ ਥਾਂ ਤੇ ਆਪਣੇ ਨਾਲੋਂ ਪਹਿਲੋਂ ਦੂਜਿਆਂ ਦੀਆਂ ਲੋੜਾਂ ਪੂਰੀਆਂ ਕਰਨ ਵੱਲ ਧਿਆਨ ਦਿੰਦੇ ਹਨ। ਸਕਾਊਟਾਂ ਅਤੇ ਗਾਈਡਾਂ ਨੇ ਸਹੁੰ ਚੁੱਕੀ ਹੁੰਦੀ ਹੈ ਕਿ ਉਹ ਹਰ ਰੋਜ਼ ਘੱਟ ਤੋਂ ਘੱਟ ਇੱਕ ਚੰਗਾ ਕੰਮ ਜ਼ਰੂਰ ਕਰਨਗੇ। ਇਹ ਸਹੁੰ ਨੂੰ ਯਾਦ ਰੱਖਣ ਲਈ ਉਹ ਆਪਣੇ ਗਲ ਵਿੱਚ ਬੰਨ੍ਹੇ ਹੋਏ ਰੁਮਾਲ ਨੂੰ ਇੱਕ ਗੰਢ ਦੇ ਲੈਂਦੇ ਹਨ। ਉਹ ਗੰਢ ਉਦੋਂ ਹੀ ਖੋਲ੍ਹਦੇ ਹਨ ਜਦੋਂ ਕੋਈ ਚੰਗਾ ਕੰਮ ਕਰ ਲੈਣ। ਸਕਾਊਟਾਂ ਅਤੇ ਗਾਈਡਾਂ ਦੀਆਂ ਵਰਦੀਆਂ ਵੱਖ-ਵੱਖ ਤਰ੍ਹਾਂ ਦੀਆਂ ਹੁੰਦੀਆਂ ਹਨ, ਪਰ ਕੰਮ ਇੱਕੋ ਹੁੰਦਾ ਹੈ, ਦੂਜਿਆਂ ਦੀ ਸੇਵਾ ਕਰਨਾ। ਉਹ ਇਸ ਲਈ ਕੋਈ ਸੇਵਾ ਫਲ ਨਹੀਂ ਲੈਂਦੇ। ਸਕਾਊਟ ਲਹਿਰ ਸਭ ਤੋਂ ਪਹਿਲਾਂ ਇੰਗਲੈਂਡ ਦੇ ਇੱਕ ਫੌਜੀ ਅਫਸਰ ਸਰ ਬੇਡਨ ਪਾਵਲ ਨੇ ਸ਼ੁਰੂ ਕੀਤੀ ਸੀ। ਉਹਨਾਂ ਨੇ 1908 ਈਸਵੀ ਵਿੱਚ ਸਕਾਊਟ ਲਹਿਰ ਬਾਰੇ ਇੱਕ ਪੁਸਤਕ ਲਿਖੀ। ਇਸ ਤੋਂ ਪਹਿਲਾਂ ਸ਼੍ਰੀ ਪਾਵਲ 21 ਮੁੰਡਿਆਂ ਨਾਲ ਸੰਸਾਰ ਦਾ ਪਹਿਲਾ ਸਕਾਊਟ ਕੈਂਪ ਲਾ ਚੁੱਕੇ ਸਨ। ਇਹ ਪੁਸਤਕ ਉਹਨਾਂ ਦੇ ਨਿੱਜੀ ਤਜਰਬਿਆਂ ਦਾ ਨਿਚੋੜ ਸੀ। ਇਸ ਪੁਸਤਕ ਨੂੰ ਪੜ੍ਹ ਕੇ ਹਜ਼ਾਰਾਂ ਮੁੰਡੇ ਇਸ ਲਹਿਰ ਵਿੱਚ ਭਰਤੀ ਹੋਣ ਲਈ ਤਿਆਰ ਹੋ ਗਏ। ਭਾਰਤ ਵਿੱਚ 1909 ਈਸਵੀ ਵਿੱਚ ਪਹਿਲੀ ਵਾਰ ਕੁਝ ਵਿਦਿਆਰਥੀ ਸਕਾਊਟ ਬਣੇ। ਸਕਾਊਟਾਂ ਨੂੰ ਆਪਣਾ ਵਿਹਲਾ ਸਮਾਂ ਚੰਗੇ ਢੰਗ ਨਾਲ ਬਿਤਾਉਣ ਦੀ ਜਾਚ ਸਿਖਾਈ ਜਾਂਦੀ ਹੈ। ਉਹ ਆਪਣੀ ਰੁਚੀ ਅਨੁਸਾਰ ਆਪਣਾ ਅਤੇ ਹੋਰਨਾਂ ਦਾ ਮਨ ਪਰਚਾਵਾ ਵੀ ਕਰਦੇ ਹਨ ਅਤੇ ਸਮਾਜ ਦੀ ਸੇਵਾ ਕਰਦੇ ਹੋਏ ਚੰਗੇ ਸ਼ਹਿਰੀ ਬਣਨਾ ਸਿੱਖਦੇ ਹਨ। ਸਕਾਊਟ ਕੈਂਪ ਅਤੇ ਰੈਲੀਆਂ ਵਿੱਚ ਮਨ ਪਰਚਾਵੇ ਤੋਂ ਬਿਨਾਂ ਮੁੱਢਲੀ ਡਾਕਟਰੀ ਸਹਾਇਤਾ ਕਰਨੀ ਸਿਖਾਈ ਜਾਂਦੀ ਹੈ। ਮੁਸੀਬਤ ਵੇਲੇ ਕਿਸੇ ਦੀ ਮਦਦ ਕਿਵੇਂ ਕੀਤੀ ਜਾਵੇ,
ਵਿਸ਼ੇਸ਼ ਰੂਪ ਵਿੱਚ ਅੱਗ ਲੱਗ ਜਾਣ ਸਮੇਂ, ਹੜ੍ਹਾਂ ਵੇਲੇ ਜਾਂ ਭੂਚਾਲਾਂ ਸਮੇਂ। ਅਜਿਹੇ ਸਮੇਂ ਸਹਾਇਤਾ ਲਈ ਸਕਾਊਟ ਸਭ ਤੋਂ ਪਹਿਲਾਂ ਪਹੁੰਚਦੇ ਹਨ। ਹਰ ਦੁੱਖ ਤਕਲੀਫ ਵੇਲੇ ਖਿੜੇ ਮੱਥੇ ਕਿਸ ਤਰ੍ਹਾਂ ਰਿਹਾ ਜਾਵੇ ਆਦਿ ਗੱਲਾਂ ਸਿੱਖ ਕੇ ਬੱਚੇ ਚੰਗੇ ਸ਼ਹਿਰੀ ਬਣਨ ਯੋਗ ਹੋ ਸਕਦੇ ਹਨ। ਇਹਨਾਂ ਕੈਂਪਾਂ ਵਿੱਚ ਸਕਾਊਟ ਅਤੇ ਲੀਡਰ ਰਾਤ ਵੇਲੇ ਅੱਗ ਦੇ ਦੁਆਲੇ ਬੈਠ ਕੇ ਆਪਣੇ ਆਪਣੇ ਤਜਰਬੇ ਦੱਸਦੇ ਹਨ, ਤਾਂ ਜੋ ਇਹਨਾਂ ਤੋਂ ਹੋਰ ਸਕਾਊਟ ਵੀ ਸਿੱਖਿਆ ਪ੍ਰਾਪਤ ਕਰ ਸਕਣ। ਚੁਟਕਲਿਆਂ, ਕਹਾਣੀਆਂ ਅਤੇ ਗੀਤ ਸੰਗੀਤ ਦਾ ਦੌਰ ਚੱਲਦਾ ਹੈ। ਇੰਝ ਮਨ ਪਰਚਾਵਾ ਵੀ ਹੋ ਜਾਂਦਾ ਹੈ ਅਤੇ ਬੱਚੇ ਚੰਗੀਆਂ ਚੰਗੀਆਂ ਗੱਲਾਂ ਵੀ ਸਹਿਜ ਸੁਭਾਏ ਹੀ ਮਨ ਵਿੱਚ ਵਸਾ ਲੈਂਦੇ ਹਨ। ਇਸ ਤਰ੍ਹਾਂ ਆਪਸ ਵਿੱਚ ਇੱਕ ਦੂਜੇ ਤੋਂ ਸਿੱਖੀਆਂ ਹੋਈਆਂ ਚੰਗੀਆਂ ਆਦਤਾਂ ਦੀ ਵਰਤੋਂ ਸਕਾਊਟ ਸਮਾਜ ਸੇਵਾ ਲਈ ਕਰਦੇ ਹਨ। ਸਕੂਲਾਂ ਵਿੱਚ ਸਕਾਊਟ ਮਾਸਟਰ ਸਕਾਊਟਾਂ ਨੂੰ ਜਥੇਬੰਦ ਕਰਦੇ ਹਨ। ਜਥੇਬੰਦ ਭਾਵ ਕਿ ਉਹਨਾਂ ਨੂੰ ਗਰੁੱਪ ਬਣਾਉਂਦੇ ਹਨ ਉਹਨਾਂ ਦਾ। ਸਾਰੇ ਸਕੂਲ ਦੇ ਸਕਾਊਟ ਜ਼ਿਲ੍ਹਾ ਪੱਧਰ ਉੱਤੇ ਅਤੇ ਫਿਰ ਰਾਜ ਪੱਧਰ ਉੱਤੇ ਵੀ ਇੱਕ ਦੂਜੇ ਨਾਲ ਸਕਾਊਟ ਸੰਸਥਾ ਰਾਹੀਂ ਜੁੜੇ ਹੁੰਦੇ ਹਨ। ਇਹ ਸੰਸਥਾ ਰਾਜ ਪੱਧਰ ਤੇ ਹੀ ਸਮਾਪਤ ਨਹੀਂ ਹੋ ਜਾਂਦੀ, ਸਗੋਂ ਸਾਰੇ ਦੇਸ਼ ਵਿੱਚ ਫੈਲਦੀ ਹੋਈ ਸਮੁੱਚੇ ਸੰਸਾਰ ਦੇ ਸਕਾਊਟਾਂ ਅਤੇ ਗਾਈਡਾਂ ਨੂੰ ਇੱਕ ਜਥੇਬੰਦੀ ਰਾਹੀਂ ਇੱਕ ਦੂਜੇ ਦੇ ਨੇੜੇ ਲੈ ਆਉਂਦੀ ਹੈ। ਸੰਸਾਰ ਭਰ ਦੇ ਸਕਾਊਟ ਸੱਚਮੁੱਚ ਹੀ ਸਮਾਜ ਸੇਵਾ ਕਰਨ ਵਾਲੇ ਵਧੀਆ ਮਨੁੱਖ ਹਨ। ਸੋ ਇਹ ਸੀ ਬੱਚਿਓ ਤੁਹਾਡਾ ਤੀਜਾ ਪਾਠ ਸਮਾਜ ਸੇਵਕ। ਅਸਲ ਦੇ ਵਿੱਚ ਬੱਚਿਓ ਇਹ ਜੋ ਪਾਠ ਹੈ ਇਹ ਸਾਨੂੰ ਸਕਾਊਟ ਗਾਈਡ ਸੰਸਥਾ ਬਾਰੇ ਅਤੇ ਉਸ ਦੇ ਵਿੱਚ ਕੀ ਕੀ ਕੰਮ ਹੁੰਦੇ ਹਨ ਉਹਦੇ ਬਾਰੇ ਇੱਕ ਬੇਸਿਕ ਇਨਫੋਰਮੇਸ਼ਨ, ਬੇਸਿਕ ਜਾਣਕਾਰੀ ਜਿਹੜੀ ਹੈਗੀ ਹੈ, ਮੁੱਢਲੀ ਜਾਣਕਾਰੀ ਸਾਨੂੰ ਦਿੰਦਾ ਹੈ। ਸਾਰ ਰੂਪ ਵਿੱਚ ਕਿਹਾ ਜਾਵੇ ਤਾਂ ਇਹ ਸਕਾਊਟ ਗਾਈਡ ਇੱਕ ਸੰਸਥਾ ਹੈ, ਜਿਵੇਂ NCC ਹੁੰਦੀ ਹੈ ਜਾਂ NSS ਹੁੰਦੀ ਹੈ। ਇਸੇ ਤਰ੍ਹਾਂ ਸਕਾਊਟ ਗਾਈਡ ਸੰਸਥਾ ਸਕੂਲੀ ਪੱਧਰ 'ਤੇ, ਫਿਰ ਕਾਲਜੀ ਪੱਧਰ 'ਤੇ, ਇਸ ਪ੍ਰਕਾਰ ਵੱਖ-ਵੱਖ ਪੱਧਰਾਂ ਉੱਪਰ ਕੰਮ ਕਰਦੀ ਹੈ, ਜਿਹਦੇ ਵਿੱਚ ਕਿ ਜਿਹੜੇ ਵਿਦਿਆਰਥੀ ਹੁੰਦੇ ਹਨ ਹਰ ਏਜ ਦੇ, ਹਰ ਉਮਰ ਦੇ ਹਨ, ਉਹ ਆਪਣੇ ਆਪਣੇ ਉਹਨਾਂ ਦੇ ਗਰੁੱਪ ਬਣਾਏ ਹੁੰਦੇ ਹਨ ਏਜ ਦੇ ਹਿਸਾਬ ਨਾਲ। ਅਤੇ ਜਿਹੜੇ ਮੁੰਡੇ ਹੁੰਦੇ ਹਨ ਉਹਨਾਂ ਨੂੰ ਸਕਾਊਟ ਕਿਹਾ ਜਾਂਦਾ ਹੈ ਅਤੇ ਜਿਹੜੀਆਂ ਕੁੜੀਆਂ ਹੁੰਦੀਆਂ ਹਨ ਉਹਨਾਂ ਨੂੰ ਗਾਈਡ ਕਿਹਾ ਜਾਂਦਾ ਹੈ। ਅਤੇ ਜਿਹੜੇ ਬੱਚੇ ਛੋਟੀ ਉਮਰ ਦੇ, ਜਿਵੇਂ ਪ੍ਰਾਇਮਰੀ ਕਲਾਸਿਸ ਦੇ ਲਾ ਲਓ ਤੁਸੀਂ, ਜਿਹੜੇ ਛੋਟੇ ਹੁੰਦੇ ਹਨ ਬਾਹਲੇ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਕਬਜ਼ ਐਂਡ ਬੁਲਬੁਲ। ਕਬ ਦਾ ਮਤਲਬ ਹੁੰਦਾ ਹੈ ਸ਼ੇਰ ਦਾ ਛੋਟਾ ਜਿਹਾ ਬੱਚਾ, ਉਹਨੂੰ ਕਬ ਕਹਿੰਦੇ ਆਪਾਂ। ਅਤੇ ਬੁਲਬੁਲ ਇੱਕ ਚਿੜੀ ਹੁੰਦੀ ਹੈ ਜੋ ਬਹੁਤ ਮਿੱਠਾ ਬੋਲਦੀ ਹੈ। ਅਤੇ ਬੱਚਿਓ ਇਸ ਸੰਸਥਾ ਨੂੰ ਸਰ ਬੇਡਨ ਪਾਵਲ ਨਾਂ ਦੇ ਇੱਕ ਅੰਗਰੇਜ਼ੀ ਅਫਸਰ, ਜੋ ਕਿ ਆਰਮੀ ਮੈਨ ਸੀ, ਅੰਗਰੇਜ਼ ਆਰਮੀ ਦੇ ਵਿੱਚ ਸਨ, ਉਹਨਾਂ ਨੇ ਸ਼ੁਰੂ ਕੀਤਾ ਸੀ। ਬੇਸਿਕਲੀ ਸਕਾਊਟ ਦਾ ਕੰਮ ਕੀ ਹੁੰਦਾ ਹੈ? ਇਹਨਾਂ ਦੀ ਜਦੋਂ ਸ਼ੁਰੂਆਤ ਹੋਈ ਤਾਂ ਇਹਨਾਂ ਦਾ ਮੁੱਖ ਕੰਮ ਕੀ ਹੁੰਦਾ ਸੀ ਕਿ ਜਦੋਂ ਵੀ ਕਿਤੇ ਆਰਮੀ ਜਾਂਦੀ ਸੀ ਜਾਂ ਸੈਨਾ ਜਾਂਦੀ ਸੀ ਤਾਂ ਉਸ ਦੇ ਵਾਸਤੇ ਇਹ ਅੱਗੇ ਹੋ ਕੇ ਚੱਲਦੇ ਸਨ ਅਤੇ ਨਿਸ਼ਾਨਦੇਹੀ ਕਰਦੇ ਜਾਂਦੇ ਸਨ, ਭਾਵ ਕਿ ਰਸਤਾ ਕਲੀਅਰ ਹੈ ਇਸ ਦਾ ਸਿਗਨਲ ਦਿੰਦੇ ਸਨ, ਜਦੋਂ ਵੀ ਕਿਤੇ ਸੈਨਾ ਜਾ ਰਹੀ ਹੈ ਉਸ 'ਤੇ ਕੋਈ ਅਟੈਕ ਨਾ ਹੋ ਜਾਵੇ ਤਾਂ, ਔਰ ਛੋਟੇ ਤੋਂ ਛੋਟੇ ਰਸਤੇ ਦੁਆਰਾ ਉਹ ਜਲਦੀ ਤੋਂ ਜਲਦੀ ਆਪਣੇ ਟਿਕਾਣੇ 'ਤੇ ਪਹੁੰਚ ਸਕੇ। ਇਸ ਵਾਸਤੇ ਇਹ ਅੱਗੇ ਅੱਗੇ ਚੱਲਦੇ ਹੋਏ ਅਸਿਸਟ ਕਰਦੇ ਸਨ, ਭਾਵ ਕਿ ਮਦਦ ਕਰਦੇ ਸਨ ਸੈਨਾ ਦੀ। ਸਿਰਫ ਇੰਨਾ ਹੀ ਨਹੀਂ ਕਿ ਸਿਰਫ ਅੱਗੇ ਲੱਗ ਕੇ ਕੰਮ ਕਰਦੇ ਸਨ, ਬਲਕਿ ਅਗਰ ਕੋਈ ਸੈਨਿਕ ਘਾਇਲ ਹੋ ਜਾਂਦਾ ਸੀ ਜਾਂ ਕੋਈ ਪਿੱਛੇ ਕਿਸੇ ਕਾਰਨਵਸ਼ ਛੁੱਟ ਜਾਂਦਾ ਸੀ ਤਾਂ ਉਸ ਦੀ ਮਦਦ ਵੀ ਕਰਦੇ ਸਨ। ਸੋ ਇਹਨਾਂ ਨੂੰ ਮੁੱਢਲੀ ਸਹਾਇਤਾ ਦੇਣ ਲਈ ਵੀ ਪੂਰੀ ਟ੍ਰੇਨਿੰਗ ਦਿੱਤੀ ਗਈ ਹੁੰਦੀ ਸੀ, ਭਾਵ ਕਿ ਜੇ ਕੋਈ ਘਾਇਲ ਹੋ ਜਾਏ ਤਾਂ ਉਹਨੂੰ ਫਸਟ ਏਡ ਕਿਵੇਂ ਦੇਣੀ ਹੈ। ਸੋ ਇਹਨਾਂ ਦਾ ਰੋਲ ਬਹੁਤ ਇੰਪੋਰਟੈਂਟ ਹੋਇਆ ਕਰਦਾ ਸੀ। ਅਤੇ ਸਮੇਂ ਦੇ ਨਾਲ ਨਾਲ ਹੌਲੀ ਹੌਲੀ ਸੈਨਾ ਤੋਂ ਇਲਾਵਾ ਸਮਾਜ ਦੀ ਸੇਵਾ ਵਾਸਤੇ, ਅਗਰ ਕੋਈ ਵਿਅਕਤੀ ਮੁਸ਼ਕਲ ਦੇ ਵਿੱਚ ਹੈ, ਕੋਈ ਦੁੱਖ ਤਕਲੀਫ ਦੇ ਵਿੱਚ ਹੈ, ਕੋਈ ਤਰਾਸਦੀ ਹੋ ਗਈ ਹੈ, ਜਿਵੇਂ ਭੁਚਾਲ ਆ ਗਿਆ ਜਾਂ ਹੜ੍ਹ ਆ ਗਏ ਜਾਂ ਕਿਤੇ ਅੱਗ ਲੱਗ ਗਈ, ਤਾਂ ਉਹਨਾਂ ਨੂੰ ਬਚਾਉਣਾ ਕਿੱਦਾਂ ਹੈ, ਉਹਨਾਂ ਨੂੰ ਮੁੱਢਲੀ ਸਹਾਇਤਾ ਫਸਟ ਏਡ ਕਿਵੇਂ ਦੇਣੀ ਹੈ। ਸੋ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਸਕਾਊਟ ਗਾਈਡ ਦੇ ਵਿੱਚ ਸਿਖਾਈਆਂ ਜਾਂਦੀਆਂ ਬੱਚਿਆਂ ਨੂੰ। ਸਕਾਊਟ ਗਾਈਡ ਦਾ ਕੰਮ ਮੇਨ ਕੀ ਹੁੰਦਾ? ਗਾਈਡ ਦਾ ਮਤਲਬ ਹੁੰਦਾ ਹੈ ਅਗਵਾਈ ਕਰਨਾ। ਸਕਾਊਟ ਦਾ ਮਤਲਬ ਇਹ ਹੁੰਦਾ ਅਗਵਾਈ ਕਰਨਾ, ਗਾਈਡ ਕਰਨਾ। ਅਤੇ ਜਦੋਂ ਤੁਹਾਨੂੰ ਇਹ ਚੀਜ਼ਾਂ ਆਉਂਦੀਆਂ ਹੋਣ ਤਾਂ ਤੁਸੀਂ ਨਿਸੰਕੋਚ ਕਿਸੇ ਦੀ ਕੌਨਫੀਡੈਂਸ ਦੇ ਨਾਲ ਸਹਾਇਤਾ ਕਰ ਸਕਦੇ ਹੋ, ਤਾਂ ਕਿਸੇ ਦੀ ਜਾਨ ਵੀ ਬਚ ਸਕਦੀ ਹੈ। ਸੋ ਸਕਾਊਟ ਗਾਈਡ ਦੇ ਵਿੱਚ ਬੜੀ ਹੀ ਤਰ੍ਹਾਂ ਦੇ ਤੁਹਾਨੂੰ ਗੁਣ ਸਿੱਖਣ ਨੂੰ ਮਿਲਦੇ ਹਨ। ਕਹਿਣ ਦਾ ਭਾਵ ਕਿ ਇਸ ਦੇ ਵਿੱਚ ਤੁਹਾਨੂੰ ਬਚਪਨ ਤੋਂ ਹੀ ਚੰਗੇ ਮਨੁੱਖ, ਇੱਕ ਰਿਸਪੌਂਸੀਬਲ ਸਿਟੀਜ਼ਨ, ਜੋ ਨਾ ਕਿ ਸਿਰਫ ਖੁਦ ਦਾ ਖਿਆਲ ਰੱਖੇ
ਬਲਕਿ ਆਪਣੇ ਆਲੇ ਦੁਆਲੇ ਦਾ, ਆਪਣੇ ਸੁਸਾਇਟੀ ਦਾ, ਸਮਾਜ ਦਾ ਵੀ ਭਲੀ ਭਾਂਤੀ ਚੰਗੇ ਤਰੀਕੇ ਨਾਲ ਖਿਆਲ ਰੱਖ ਸਕੇ, ਐਸਾ ਚੰਗਾ ਇਨਸਾਨ, ਚੰਗਾ ਸਿਟੀਜ਼ਨ ਤਿਆਰ ਕੀਤਾ ਜਾਂਦਾ ਹੈ। ਸ਼ੁਰੂ ਤੋਂ ਹੀ ਤੁਹਾਨੂੰ ਚੰਗੀਆਂ ਚੀਜ਼ਾਂ ਸਿਖਾ ਕੇ ਨਾਲ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ। ਜਿਵੇਂ ਕਿ ਆਪਾਂ ਪੜ੍ਹਿਆ ਲੈਸਨ ਦੇ ਵਿੱਚ ਕਿ ਇੱਕ ਪ੍ਰਣ ਕੀਤਾ ਹੁੰਦਾ ਹੈ ਕਿ ਰੋਜ਼ ਡੇਲੀ ਕੋਈ ਨਾ ਕੋਈ ਇੱਕ ਚੰਗਾ ਕੰਮ ਜ਼ਰੂਰ ਕਰਨਾ ਹੈ। ਉਹ ਆਪਣੇ ਗਲੇ ਦੇ ਵਿੱਚ ਦੇਖੋ ਇੱਦਾਂ ਦੀ ਇਹ ਗੰਢ ਮਾਰ ਲੈਂਦੇ ਹਨ ਰੁਮਾਲ ਦੀ, ਔਰ ਉਦੋਂ ਹੀ ਖੋਲ੍ਹਦੇ ਹਨ ਜਦੋਂ ਕੋਈ ਚੰਗਾ ਕੰਮ ਕਰ ਲੈਣ। ਜੇ ਡੇਲੀ ਤੁਸੀਂ ਇੱਕ ਚੰਗਾ ਕੰਮ ਕਰੋਗੇ ਤਾਂ ਉਹ ਤੁਹਾਡੀ ਆਦਤ ਦੇ ਵਿੱਚ ਹੌਲੀ ਸ਼ੁਮਾਰ ਹੋ ਜਾਏਗਾ। ਤੁਸੀਂ ਚੰਗਾ ਸੋਚੋਗੇ, ਤੁਸੀਂ ਸੋਚੋਗੇ ਕਿ ਮੈਂ ਅੱਜ ਕਿਹੜਾ ਕੋਈ ਚੰਗਾ ਕੰਮ ਕਰਾਂ। ਇਸ ਤਰੀਕੇ ਨਾਲ ਇਨਸਾਨ ਦਾ ਜੋ ਦਿਮਾਗ ਹੈ ਉਹ ਸ਼ੈਤਾਨੀਆਂ ਕਰਨ ਦੀ ਬਜਾਏ ਚੰਗੇ ਕੰਮ ਕਰਨ ਦੇ ਵੱਲ ਨੂੰ ਲੱਗਦਾ ਹੈ। ਸੋ ਇੱਕ ਬਹੁਤ ਵਧੀਆ ਚੀਜ਼ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਕਾਊਟ ਗਾਈਡ ਬਾਰੇ ਇਸ ਪਾਠ ਤੋਂ ਕਾਫੀ ਜਾਣਕਾਰੀ ਮਿਲੀ ਹੋਵੇਗੀ। ਤੇ ਆਓ ਫਿਰ ਹੁਣ ਇਸ ਪਾਠ ਦਾ ਅਭਿਆਸ ਵੀ ਆਪਾਂ ਨਾਲੋਂ ਨਾਲ ਪੂਰਾ ਕਰ ਲਈਏ। ਪਹਿਲਾ ਹੈ ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਓ। ਮੇਲਿਆਂ ਵਿੱਚ ਕਿਹੋ ਜਿਹੀ ਵਰਦੀ ਵਾਲੇ ਮੁੰਡੇ ਨਜ਼ਰ ਆਉਂਦੇ ਹਨ? ਖਾਕੀ, ਸਫੈਦ ਜਾਂ ਨੀਲੀ? ਹਾਂਜੀ, ਬਿਲਕੁਲ ਇਸ ਦਾ ਆਨਸਰ ਹੈ ਈੜੀ, ਨੀਲੀ। ਸਕਾਊਟ ਅਤੇ ਗਾਈਡ ਕੀ ਸਿੱਖ ਰਹੇ ਹੁੰਦੇ ਹਨ? ਨੌਕਰੀ ਲਈ ਸਿਖਲਾਈ, ਚੰਗੀ ਜੀਵਨ ਜਾਂਚ ਜਾਂ ਪੈਸੇ ਕਮਾਉਣੇ? ਦੇਖੋ ਬੱਚਿਓ, ਬਸ ਪੜ੍ਹਿਆ ਹੀ ਹੈ ਕਿ ਪੈਸੇ ਤਾਂ ਉਹ ਲੈਂਦੇ ਨਹੀਂ ਕਿਸੇ ਕੰਮ ਦੇ, ਤੇ ਨਾ ਤਾਂ ਇਹ ਨੌਕਰੀ ਲਈ ਸਿਖਲਾਈ ਹੈ, ਪਰ ਇੱਕ ਚੰਗੀ ਜੀਵਨ ਜਾਂਚ ਜ਼ਰੂਰ ਸਿੱਖਦਾ ਹੈ ਇਨਸਾਨ ਇਸ ਦੇ ਵਿੱਚ। ਤੋਂ ਇਸ ਦਾ ਆਨਸਰ ਹੈ ਐੜਾ, ਚੰਗੀ ਜੀਵਨ ਜਾਂਚ। ਤੀਜਾ ਹੈ ਸਕਾਊਟ ਅਤੇ ਗਾਈਡ ਸੇਵਾ ਕਰਨ ਬਦਲੇ ਕੀ ਲੈਂਦੇ ਹਨ? ਸੌਗਾਤਾਂ, ਨਕਦੀ ਜਾਂ ਫਿਰ ਕੋਈ ਸੇਵਾ ਫਲ ਨਹੀਂ? ਇਸ ਦਾ ਆਨਸਰ ਹੈ ਈਡੀ, ਕੋਈ ਸੇਵਾ ਫਲ ਨਹੀਂ। ਉਹ ਕੁਝ ਨਹੀਂ ਲੈਂਦੇ, ਉਹ ਆਪਣੇ ਦਿਲੋਂ ਸੇਵਾ ਕਰਦੇ ਹਨ ਸਾਰਿਆਂ ਦੀ। ਚੌਥਾ ਹੈ ਸਰ ਬੇਡਨ ਪਾਵਲ ਨੇ ਸਕਾਊਟ ਲਹਿਰ ਬਾਰੇ ਪੁਸਤਕ ਕਦੋਂ ਲਿਖੀ? 1910 ਵਿੱਚ, 1908 ਵਿੱਚ ਜਾਂ ਫਿਰ 1918 ਵਿੱਚ? ਤਾਂ ਇਸ ਦਾ ਉੱਤਰ ਹੈ 1908 ਵਿੱਚ। ਪੰਜਵਾਂ ਹੈ ਸਕੂਲਾਂ ਵਿੱਚ ਸਕਾਊਟਾਂ ਨੂੰ ਕੌਣ ਜਥੇਬੰਦ ਕਰਦਾ ਹੈ? ਡਰਿਲ ਮਾਸਟਰ, ਸਕਾਊਟ ਮਾਸਟਰ ਜਾਂ ਲਾਇਬ੍ਰੇਰੀਅਨ? ਬਿਲਕੁਲ ਬਈ, ਸਕਾਊਟਾਂ ਨੂੰ ਤਾਂ ਫਿਰ ਸਕਾਊਟ ਮਾਸਟਰ ਹੀ ਜਥੇਬੰਦ ਕਰੇਗਾ। ਤਾਂ ਇਸ ਦਾ ਉੱਤਰ ਹੈ ਐੜਾ, ਸਕਾਊਟ ਮਾਸਟਰ। ਅੱਗੇ ਹੈ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਕਿਸੇ ਮੁਸਾਫਰ ਦੇ ਸੱਟ ਲੱਗ ਜਾਣ ਤੇ ਸਕਾਊਟ ਅਤੇ ਗਾਈਡ ਕੀ ਕਰਦੇ ਹਨ? ਤਾਂ ਬੱਚਿਓ ਇਸ ਦਾ ਉੱਤਰ ਤੁਹਾਡਾ ਪਹਿਲੇ ਪੇਜ ਦੇ ਉੱਪਰ ਲਾਸਟ ਪੈਰਾਗ੍ਰਾਫ ਦੀ ਪਹਿਲੀ ਲਾਈਨ ਦੇ ਵਿੱਚ ਛਿਪਿਆ ਹੋਇਆ ਹੈ ਕਿ ਮੁਸਾਫਰ ਦੇ ਸੱਟ ਲੱਗ ਜਾਣ ਤੇ ਸਕਾਊਟ ਅਤੇ ਗਾਈਡ ਉਸ ਮੁਸਾਫਰ ਨੂੰ ਮੁੱਢਲੀ ਡਾਕਟਰੀ ਸਹਾਇਤਾ ਵਾਲੇ ਤੰਬੂ ਤੱਕ ਲੈ ਜਾਂਦੇ ਹਨ। ਦੂਜਾ ਪ੍ਰਸ਼ਨ ਹੈ ਸਕਾਊਟ ਅਤੇ ਗਾਈਡ ਦਾ ਕੀ ਧਰਮ ਹੈ? ਤਾਂ ਇਸ ਦਾ ਉੱਤਰ ਹੈ ਸਾਰਿਆਂ ਦੀ ਸਹਾਇਤਾ ਕਰਨਾ ਹੀ ਸਕਾਊਟ ਅਤੇ ਗਾਈਡ ਦਾ ਧਰਮ ਹੈ। ਤੀਜਾ ਪ੍ਰਸ਼ਨ ਹੈ ਸਕਾਊਟਾਂ ਅਤੇ ਗਾਈਡਾਂ ਨੇ ਕੀ ਸਹੁੰ ਚੁੱਕੀ ਹੁੰਦੀ ਹੈ? ਤਾਂ ਇਸ ਦਾ ਉੱਤਰ ਹੈ ਸਕਾਊਟਾਂ ਅਤੇ ਗਾਈਡਾਂ ਨੇ ਸਹੁੰ ਚੁੱਕੀ ਹੁੰਦੀ ਹੈ ਕਿ ਉਹ ਹਰ ਰੋਜ਼ ਘੱਟ ਤੋਂ ਘੱਟ ਇੱਕ ਚੰਗਾ ਕੰਮ ਜ਼ਰੂਰ ਕਰਨਗੇ। ਚੌਥਾ ਪ੍ਰਸ਼ਨ ਹੈ ਸਕਾਊਟਾਂ ਅਤੇ ਗਾਈਡਾਂ ਦਾ ਮੁੱਖ ਉਦੇਸ਼ ਕੀ ਹੁੰਦਾ ਹੈ? ਤਾਂ ਇਸ ਦਾ ਉੱਤਰ ਹੈ ਅਤੇ ਗਾਈਡਾਂ ਦਾ ਮੁੱਖ ਉਦੇਸ਼ ਲੋੜਵੰਦਾਂ ਦੀ ਸੇਵਾ ਕਰਨੀ ਹੁੰਦਾ ਹੈ। ਪੰਜਵਾਂ ਪ੍ਰਸ਼ਨ ਹੈ ਭਾਰਤ ਵਿੱਚ ਪਹਿਲੀ ਵਾਰ ਕਦੋਂ ਕੁਝ ਵਿਦਿਆਰਥੀ ਸਕਾਊਟ ਬਣੇ? ਤਾਂ ਇਸ ਦਾ ਉੱਤਰ ਹੈ ਭਾਰਤ ਵਿੱਚ 1909 ਈਸਵੀ ਵਿੱਚ ਪਹਿਲੀ ਵਾਰ ਕੁਝ ਵਿਦਿਆਰਥੀ ਸਕਾਊਟ ਬਣੇ। ਅੱਗੇ ਆ ਬੱਚਿਓ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਹੈ ਇੱਕ ਸਕਾਊਟ ਦੇ ਕੀ ਕੀ ਫਰਜ਼ ਹਨ? ਯਾਦ ਹੈ ਕਿਸੇ ਨੂੰ ਕੀ ਕੀ ਫਰਜ਼ ਹਨ ਸਕਾਊਟ ਦੇ? ਹਾਂ ਬਿਲਕੁਲ, ਸੋਚੋ। ਲੋੜਵੰਦਾਂ ਦੀ ਸੇਵਾ ਅਤੇ ਸਹਾਇਤਾ ਕਰਨੀ ਇੱਕ ਸਕਾਊਟ ਦਾ ਮੁੱਢਲਾ ਫਰਜ਼ ਹੁੰਦਾ ਹੈ। ਇਸ ਲਈ ਕਿਸੇ ਭੁੱਲੇ ਭਟਕੇ ਨੂੰ ਰਾਹ ਵਿਖਾਉਣਾ, ਕਿਸੇ ਦੁਰਘਟਨਾ ਦੌਰਾਨ ਮੁੱਢਲੀ ਡਾਕਟਰੀ ਸਹਾਇਤਾ ਪ੍ਰਦਾਨ ਕਰਨਾ, ਮੇਲਿਆਂ ਜਾਂ ਵਿਸ਼ੇਸ਼ ਸਮਾਗਮਾਂ ਵਿੱਚ ਵਿਵਸਥਾ ਦੇਖਣਾ ਅਤੇ ਉਚਿਤ ਅਗਵਾਈ ਕਰਨਾ ਆਦਿ ਸਾਰੇ ਕੰਮ ਇੱਕ ਸਕਾਊਟ ਦੇ ਫਰਜ਼ਾਂ ਵਿੱਚ ਸ਼ਾਮਲ ਹੁੰਦੇ ਹਨ। ਦੂਜਾ ਪ੍ਰਸ਼ਨ ਸਕਾਊਟ ਕਿੰਨਾਂ ਗੱਲਾਂ ਦਾ ਭੇਦਭਾਵ ਨਹੀਂ ਕਰਦੇ? ਤਾਂ ਇਸ ਦਾ ਉੱਤਰ ਤੁਸੀਂ ਲਿਖ ਸਕਦੇ ਹੋ
ਕਿ ਸੇਵਾ ਕਰਦੇ ਸਮੇਂ ਸਕਾਊਟ ਲੋੜਵੰਦਾਂ ਦੇ ਧਰਮ, ਜਾਤ ਅਤੇ ਕਿਸੇ ਵੀ ਹੋਰ ਕਿਸਮ ਦਾ ਭੇਦਭਾਵ ਨਹੀਂ ਕਰਦੇ ਅਤੇ ਸਭ ਨਾਲ ਇੱਕੋ ਜਿਹਾ ਵਿਵਹਾਰ ਕਰਦੇ ਹਨ। ਤੀਜਾ ਪ੍ਰਸ਼ਨ ਹੈ, ਸਕਾਊਟ ਕੈਂਪਾਂ ਵਿੱਚ ਸਕਾਊਟਾਂ ਨੂੰ ਕਿਸ ਤਰ੍ਹਾਂ ਅਤੇ ਕਿਸ ਕੰਮ ਦੀ ਸਿਖਲਾਈ ਦਿੱਤੀ ਜਾਂਦੀ ਹੈ? ਤਾਂ ਇਸ ਦਾ ਉੱਤਰ ਤੁਸੀਂ ਲਿਖ ਸਕਦੇ ਹੋ ਕਿ ਸਕਾਊਟ ਕੈਂਪਾਂ ਵਿੱਚ ਸਕਾਊਟਾਂ ਨੂੰ ਆਪਣਾ ਵਿਹਲਾ ਸਮਾਂ ਚੰਗੇ ਢੰਗ ਨਾਲ ਬਿਤਾਉਣ ਦੀ ਜਾਚ ਸਿਖਾਈ ਜਾਂਦੀ ਹੈ। ਉਹ ਆਪਣੀ ਰੁਚੀ ਅਨੁਸਾਰ ਆਪਣਾ ਅਤੇ ਹੋਰਨਾਂ ਦਾ ਮਨਪਰਚਾਵਾ ਕਰਨ ਦੇ ਨਾਲ-ਨਾਲ ਸਮਾਜ ਦੀ ਸੇਵਾ ਕਰਦੇ ਹੋਏ ਚੰਗੇ ਨਾਗਰਿਕ ਬਣਨਾ ਸਿੱਖਦੇ ਹਨ। ਉਹਨਾਂ ਨੂੰ ਵਿਸ਼ੇਸ਼ ਰੂਪ ਵਿੱਚ ਅੱਗ ਲੱਗਣ, ਭੂਚਾਲ ਅਤੇ ਹੜ੍ਹਾਂ ਵਰਗੀਆਂ ਮੁਸੀਬਤਾਂ ਵੇਲੇ ਲੋੜਵੰਦਾਂ ਦੀ ਮਦਦ ਕਰਨਾ ਅਤੇ ਮੁੱਢਲੀ ਡਾਕਟਰੀ ਸਹਾਇਤਾ ਦੇਣਾ ਵੀ ਸਿਖਾਇਆ ਜਾਂਦਾ ਹੈ। ਚੌਥਾ ਪ੍ਰਸ਼ਨ ਹੈ, ਸਕਾਊਟ ਲਹਿਰ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਈ ਅਤੇ ਕਿਸ ਨੇ ਸ਼ੁਰੂ ਕੀਤੀ? ਤਾਂ ਇਸ ਦਾ ਉੱਤਰ ਹੈ ਕਿ ਸਕਾਊਟ ਲਹਿਰ ਸਭ ਤੋਂ ਪਹਿਲਾਂ ਇੰਗਲੈਂਡ ਦੇ ਇੱਕ ਫੌਜੀ ਅਫਸਰ ਸਰ ਬੇਡਨ ਪਾਵਲ ਨੇ ਸ਼ੁਰੂ ਕੀਤੀ। ਅਗਲਾ ਪ੍ਰਸ਼ਨ ਹੈ ਬੱਚਿਓ, ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਤੇ ਇਹ ਜਿਹੜੇ ਸ਼ਬਦ ਦਿੱਤੇ ਇਹਨਾਂ ਦੇ ਤੁਸੀਂ ਵਾਕ ਬਣਾਉਣੇ ਨੇ, ਸੈਂਟੈਂਸ ਬਣਾਉਣੇ ਨੇ। ਤੁਸੀਂ ਆਪਣੀ ਮਰਜ਼ੀ ਅਨੁਸਾਰ ਵੀ ਬਣਾ ਸਕਦੇ ਹੋ, ਬਟ ਫਿਰ ਵੀ ਮੈਂ ਤੁਹਾਨੂੰ ਕੁਝ ਉਦਾਹਰਨਾਂ ਇੱਥੇ ਦੇਣ ਲੱਗਿਆ ਹਾਂ ਜਿਸ ਤੋਂ ਤੁਹਾਨੂੰ ਅਨੁਮਾਨ ਲੱਗ ਜਾਏਗਾ ਕਿ ਵਾਕ ਕਿਸ ਤਰ੍ਹਾਂ ਬਣਾਉਣਾ ਹੈ। ਜਿਵੇਂ ਕਿ ਪਹਿਲਾ ਹੈ ਸਹਾਇਤਾ, ਤਾਂ ਇਸ ਦਾ ਵਾਕ ਬਣ ਸਕਦਾ ਹੈ, ਸਾਨੂੰ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਦੂਜਾ ਹੈ ਦੁਰਘਟਨਾ, ਤਾਂ ਇਹਦਾ ਆਪਾਂ ਵਾਕ ਬਣਾ ਸਕਦੇ ਹਾਂ ਕਿ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ। ਜਾਂ ਫਿਰ ਸਕਾਊਟ ਦੁਰਘਟਨਾ ਵੇਲੇ ਮੁੱਢਲੀ ਸਹਾਇਤਾ ਪ੍ਰਦਾਨ ਕਰਦੇ ਹਨ। ਤਾਂ ਦੇਖੋ ਇਹਦੇ ਵਿੱਚ ਦੁਰਘਟਨਾ ਸ਼ਬਦ ਵੀ ਆ ਗਿਆ ਅਤੇ ਇਸ ਦਾ ਇੱਕ ਸੈਂਟੈਂਸ ਵੀ ਬਣ ਗਿਆ, ਵਾਕ ਵੀ ਬਣ ਗਿਆ। ਤੀਜਾ ਹੈ ਸੁਭਾਅ, ਸਾਨੂੰ ਆਪਣੇ ਸੁਭਾਅ ਵਿੱਚ ਸਹਿਜਤਾ ਰੱਖਣੀ ਚਾਹੀਦੀ ਹੈ। ਚੌਥਾ ਹੈ ਭੇਦਭਾਵ, ਤਾਂ ਇਹਦਾ ਵਾਕ ਆਪਾਂ ਬਣਾ ਸਕਦੇ ਹਾਂ ਕਿ ਸਾਨੂੰ ਸਭ ਨਾਲ ਬਿਨਾਂ ਕਿਸੇ ਭੇਦਭਾਵ ਦੇ ਇੱਕੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ। ਪੰਜਵਾਂ ਹੈ ਮੇਲਾ, ਤਾਂ ਇਹਦਾ ਵਾਕ ਆਪਾਂ ਬਣਾ ਸਕਦੇ ਹਾਂ ਕਿ ਮੈਂ ਆਪਣੇ ਪਿਤਾ ਜੀ ਨਾਲ ਮੇਲਾ ਦੇਖਣ ਗਿਆ। ਵੈਰੀ ਸਿੰਪਲ। ਅੱਗੇ ਹੈ ਪੰਜਵਾਂ ਪ੍ਰਸ਼ਨ, ਖਾਲੀ ਥਾਵਾਂ ਭਰੋ। ਪਹਿਲਾ ਹੈ ਸਾਰਿਆਂ ਦੀ ਸਹਾਇਤਾ ਕਰਨਾ ਇਹਨਾਂ ਦਾ ਡੈਸ਼ ਹੈ, ਇਹਨਾਂ ਦਾ ਧਰਮ ਹੁੰਦਾ ਹੈ। ਦੂਜਾ ਹੈ ਲੋੜਵੰਦਾਂ ਦੀ ਸੇਵਾ ਕਰਨੀ ਇਹ ਆਪਣਾ ਡੈਸ਼ ਸਮਝਦੇ ਹਨ, ਫਰਜ਼। ਤੀਜਾ ਹੈ ਮੁੰਡਿਆਂ ਨੂੰ ਡੈਸ਼ ਕਿਹਾ ਜਾਂਦਾ ਹੈ ਤੇ ਕੁੜੀਆਂ ਨੂੰ ਡੈਸ਼। ਯਾਦ ਹੈ ਤੁਹਾਨੂੰ ਮੁੰਡਿਆਂ ਨੂੰ ਕੀ ਕਿਹਾ ਜਾਂਦਾ ਤੇ ਕੁੜੀਆਂ ਨੂੰ? ਹਾਂ ਬਿਲਕੁਲ, ਤੁਸੀਂ ਚਾਹੋ ਤਾਂ ਇੱਕ ਵਾਰੀ ਦੇਖ ਵੀ ਸਕਦੇ ਹੋ, ਜੇ ਨਹੀਂ ਯਾਦ ਦੇਖ ਕੇ ਲੱਭਣਾ ਹੈ ਤੁਸੀਂ, ਇਹ ਤੁਹਾਡੇ ਵਾਸਤੇ ਟਾਸਕ ਹੈ। ਤਾਂ ਇਹਦਾ ਉੱਤਰ ਹੈ ਮੁੰਡਿਆਂ ਨੂੰ ਸਕਾਊਟ ਕਿਹਾ ਜਾਂਦਾ ਹੈ ਅਤੇ ਕੁੜੀਆਂ ਨੂੰ ਗਾਈਡ। ਚੌਥਾ ਹੈ ਸਕਾਊਟਾਂ ਅਤੇ ਗਾਈਡਾਂ ਨੇ ਸਹੁੰ ਚੁੱਕੀ ਹੁੰਦੀ ਹੈ ਕਿ ਉਹ ਹਰ ਰੋਜ਼ ਘੱਟੋ ਘੱਟ ਇੱਕ ਡੈਸ਼ ਕੰਮ ਜ਼ਰੂਰ ਕਰਨਗੇ। ਹਾਂ, ਇਸ ਦਾ ਉੱਤਰ ਹੈ ਚੰਗਾ, ਕਿ ਉਹਨਾਂ ਨੇ ਕੀ ਸਹੁੰ ਚੁੱਕੀ ਹੁੰਦੀ ਹੈ ਕਿ ਉਹ ਇੱਕ ਚੰਗਾ ਕੰਮ ਦਿਨ ਵਿੱਚ ਜ਼ਰੂਰ ਕਰਨਗੇ। ਅੱਗੇ ਹੈ ਉਹ ਇਸ ਸੇਵਾ ਲਈ ਕੋਈ ਡੈਸ਼ ਵੀ ਨਹੀਂ ਲੈਂਦੇ। ਕੀ ਨਹੀਂ ਲੈਂਦੇ? ਉਹ ਸੇਵਾ ਫਲ ਨਹੀਂ ਲੈਂਦੇ। ਤਾਂ ਇਸ ਦਾ ਉੱਤਰ ਹੈ ਸੇਵਾ ਫਲ। ਛੇਵਾਂ ਹੈ ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ। ਇਹ ਪੰਜਾਬੀ 'ਚ ਬੱਚਿਓ ਤੁਹਾਨੂੰ ਵਰਡ ਦਿੱਤੇ ਹੋਏ ਨੇ, ਸ਼ਬਦ ਦਿੱਤੇ ਨੇ, ਇਹਨਾਂ ਨੂੰ ਹਿੰਦੀ ਵਿੱਚ ਕੀ ਕਹਿੰਦੇ ਨੇ ਤੁਸੀਂ ਇਹ ਲਿਖਣਾ ਅਤੇ ਨਾਲੇ ਅੰਗਰੇਜ਼ੀ ਵਿੱਚ ਕੀ ਕਹਿੰਦੇ ਨੇ ਇਹ ਲਿਖਣਾ। ਤਾਂ ਪਹਿਲਾ ਹੈ ਯਾਤਰੀ, ਹਿੰਦੀ ਦੇ ਵਿੱਚ ਵੀ ਯਾਤਰੀ ਨੂੰ ਯਾਤਰੀ ਹੀ ਕਿਹਾ ਜਾਂਦਾ ਹੈ ਅਤੇ ਅੰਗਰੇਜ਼ੀ ਵਿੱਚ ਇਹਨੂੰ ਟਰੈਵਲਰ ਕਿਹਾ ਜਾਂਦਾ ਹੈ, ਯਾਤਰਾ ਕਰਨ ਵਾਲਾ। ਅਗਲਾ ਹੈ ਸਿੱਖਿਆ, ਸਿੱਖਿਆ ਨੂੰ ਹਿੰਦੀ ਦੇ ਵਿੱਚ ਆਪਾਂ ਸਿੱਖਿਆ ਕਹਿੰਦੇ ਹਾਂ ਅਤੇ ਅੰਗਰੇਜ਼ੀ ਦੇ ਵਿੱਚ ਇਹਨੂੰ ਐਜੂਕੇਸ਼ਨ ਕਿਹਾ ਜਾਂਦਾ ਹੈ। ਤੀਜਾ ਹੈ ਫਰਜ਼, ਫਰਜ਼ ਨੂੰ ਹਿੰਦੀ ਦੇ ਵਿੱਚ ਕਰਤੱਵਯ ਕਿਹਾ ਜਾਂਦਾ ਹੈ ਅਤੇ ਅੰਗਰੇਜ਼ੀ ਦੇ ਵਿੱਚ ਕੀ ਕਿਹਾ ਜਾਂਦਾ ਹੈ? ਡਿਊਟੀ। ਅਗਲਾ ਹੈ ਮਨ ਪਰਚਾਵਾ, ਮਨ ਪਰਚਾਵਾ ਕੀ ਹੁੰਦਾ ਹੈ? ਜਿਹਨੂੰ ਆਪਾਂ ਹਿੰਦੀ ਦੇ ਵਿੱਚ ਮਨੋਰੰਜਨ ਕਹਿੰਦੇ ਹਾਂ ਅਤੇ ਮਨੋਰੰਜਨ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਾਂ? ਐਂਟਰਟੇਨਮੈਂਟ। ਅਗਲਾ ਹੈ ਸਮਾਜ ਸੇਵਾ, ਸਮਾਜ ਸੇਵਾ ਨੂੰ ਹਿੰਦੀ ਦੇ ਵਿੱਚ ਵੀ ਆਪਾਂ ਸਮਾਜ ਸੇਵਾ ਹੀ ਕਹਿੰਦੇ ਹਾਂ
ਅਤੇ ਜੇ ਇਹਦਾ ਅੰਗਰੇਜ਼ੀ ਅਨੁਵਾਦ ਕਰੀਏ ਤਾਂ ਇਹ ਬਣਦਾ ਹੈ ਸੋਸ਼ਲ ਸਰਵਿਸ। ਅੱਗੇ ਹੈ ਬੱਚਿਓ, ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖੋ। ਇਹ ਜਿਹੜੇ ਤੁਹਾਨੂੰ ਸ਼ਬਦ ਦਿੱਤੇ ਹੋਏ ਹਨ, ਇਹਨਾਂ ਦੇ ਜੋ ਸਪੈਲਿੰਗ ਹਨ, ਇਹਨਾਂ ਦੀਆਂ ਜੋ ਮਾਤਰਾਵਾਂ ਦੀ, ਅੱਖਰਾਂ ਦੀ ਗਲਤੀ ਹੁੰਦੀ ਹੈ ਇਹਨਾਂ ਦੇ ਵਿੱਚ, ਤੇ ਇਹਨਾਂ ਨੂੰ ਆਪਾਂ ਸਹੀ ਕਰਕੇ ਸ਼ੁੱਧ ਕਰਕੇ ਲਿਖਣਾ ਹੁੰਦਾ ਹੈ। ਨਾਲ ਨਾਲ ਸਕਰੀਨ ਤੇ ਦੇਖਦੇ ਜਾਓ ਅਤੇ ਇਸ ਨੂੰ ਸਹੀ ਸ਼ਬਦਾਂ ਨੂੰ ਨੋਟ ਕਰਦੇ ਜਾਓ ਆਪਣੀ ਕਾਪੀ ਦੇ ਵਿੱਚ। ਤਾਂ ਪਹਿਲਾ ਹੈ ਗਵਾਚੇ, ਦੂਜਾ ਹੈ ਇਸ਼ਨਾਨ, ਇਸ਼ਨਾਨ ਨਹੀਂ ਹੁੰਦਾ, ਇਹ ਹੁੰਦਾ ਹੈ ਇਸ਼ਨਾਨ। ਤੀਜਾ ਹੈ ਲੋੜਮੰਦ, ਲੋੜਮੰਦ ਨਹੀਂ ਹੁੰਦਾ ਬੱਚਿਓ, ਹੁੰਦਾ ਹੈ ਲੋੜਵੰਦ। ਚੌਥਾ ਹੈ ਲਹਿਰ, ਲਹਿਰ ਨਹੀਂ ਹੁੰਦਾ, ਇਹਨੂੰ ਲਹਿਰ ਕਿਹਾ ਜਾਂਦਾ ਹੈ ਤੇ ਇਹ ਇੱਦਾਂ ਲਿਖਿਆ ਜਾਂਦਾ ਹੈ। ਅਗਲਾ ਹੈ ਮੁਸਾਫਰ, ਮੁਸਾਫਰ ਦੇ ਵਿੱਚ ਜਿਹੜਾ ਫੱਫਾ ਹੈ ਇਹਦੇ ਪੈਰ ਦੇ ਵਿੱਚ ਬਿੰਦੀ ਆਏਗੀ, ਕਿਉਂਕਿ ਮੁਸਾਫਰ ਨਹੀਂ ਹੁੰਦਾ, ਮੁਸਾਫਰ ਹੁੰਦਾ ਹੈ। ਤੇ ਇਸ ਦੇ ਨਾਲ ਹੀ ਤੁਹਾਡਾ ਜਿਹੜਾ ਅਭਿਆਸ ਹੈ ਉਹ ਇੱਥੇ ਖਤਮ ਹੁੰਦਾ ਹੈ। ਅਗਲਾ ਭਾਗ ਹੈ ਭਾਸ਼ਾ ਤੇ ਵਿਆਕਰਨ ਦਾ। ਇਹਨੂੰ ਆਪਾਂ ਵਿਆਕਰਨ ਵਾਲੇ ਸੈਕਸ਼ਨ ਵਿੱਚ ਕਰਾਂਗੇ। ਤੇ ਅੱਜ ਵਾਸਤੇ ਤੁਸੀਂ ਇੰਨਾ ਹੀ ਅਭਿਆਸ ਪੂਰਾ ਕਰੋ। ਧੰਨਵਾਦ।